ਸਭ ਨੂੰ ਜੈਮਸੀ ਦੀ ਜੈਮਸੀ ਦੀ ਜੀ ਜੈਮਸੀ ਦੀ ਵਾਹ ਜੀ, ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ। ਹਾਲੇਲੂਇਆ। ਸਾਰਾ ਹਫਤਾ ਸਭ ਤੋਂ ਪਹਿਲਾਂ ਸਾਨੂੰ ਠੀਕ ਠਾਕ ਰੱਖਿਆ, ਸ਼ੁਕਰ ਹੈ। ਔਰ ਉਸ ਦੀ ਦਇਆ ਰਹਿਮ ਕਿਰਪਾ ਦੇ ਲਈ ਸ਼ੁਕਰ ਕਰਦੇ ਹਾਂ। ਆਮੀਨ। ਔਰ ਆ ਸਮਾਂ ਜੋ ਸਾਨੂੰ ਦਿੱਤਾ ਇਕੱਠਾ ਕਰ ਰਹੇ ਹਾਂ, ਬਹੁਤ ਆਪਾਂ ਪਰਮੇਸ਼ਰ ਸਮਾਂ ਦਿੰਦਾ ਉਸ ਸ਼ੁਕਰ, ਬੱਚਨ ਦੇ ਵਿੱਚੋਂ ਸਿੱਖੀਏ। ਹਾਂਜੀ, ਤੇ ਰਿਕਾਰਡਿੰਗ ਕਰਦੇ ਤਾਂ ਕਿ ਹੋਰ ਵੀ ਇਹ ਬੱਚਨ ਅੱਗੇ ਔਰ ਇਸ ਫੈਲਦੇ। ਆਜ਼ਾਦੀ ਲਈ ਅਸੀਂ ਉਹਦਾ ਨਾਮ ਲੈ ਸਕਦੇ। ਬਿਲਕੁਲ। ਪ੍ਰੇਜ਼ ਦ ਲਾਰਡ। ਹਾਂ, ਸਾਸੀ ਮੈਂ ਹਾਲੇਲੂਇਆ। ਤੇ ਆਓ ਜੀ ਆਪਾਂ ਸ਼ੁਰੂਆਤ ਦੇ ਵਿੱਚ ਪੜ੍ਹਦੇ ਹਾਂ ਜੀ ਜ਼ਬੂਰ, ਸਾਮਸ, ਭਜਨ 118 ਦੀਆਂ ਕੁਛ ਆਇਤਾਂ 26 ਤੋਂ 29 ਤੱਕ। 26 ਤੋਂ 29। ਹਾਂਜੀ, 118 ਨਿਕਲੇ। ਹਾਂਜੀ, ਸਾਮਸ ਜ਼ਬੂਰ 180 118 ਦੀਆਂ 26 26 ਤੋਂ 29 ਤੱਕ। ਹਾਂਜੀ, ਉਹਦੇ ਵਿੱਚ ਲਿਖਿਆ, ਪ੍ਰਭੂ ਦੇ ਨਾਂ 'ਤੇ ਆਉਣ ਵਾਲਾ ਮਨੁੱਖ ਧਨ ਹੈ। ਕੀ ਬਾਤ ਹੈ। ਅਸੀਂ ਹੈ ਪ੍ਰਭੂ ਤੇਰੇ ਮੰਦਰ ਵਿੱਚ ਧਨ ਕਹਾਂਗੇ। ਹਾਂਜੀ, ਪ੍ਰਭੂ ਪਰਮੇਸ਼ਰ ਹੈ, ਉਸ ਨੇ ਸਾਨੂੰ ਚਾਨਣ ਦਿੱਤਾ ਹੈ। ਰੁੱਖਾਂ ਲਈ ਹਰੀਆਂ ਸ਼ਾਖਾਂ ਲੈ ਕੇ ਜਲੂਸ ਲਈ ਨਿਕਲੋ। ਹਾਂਜੀ, ਅਤੇ ਮੰਦਰ ਦੀ ਵੇਦੀ ਤੱਕ ਜਾਵੋ। ਹੇ ਪ੍ਰਭੂ, ਤੂੰ ਮੇਰਾ ਪਰਮੇਸ਼ਰ ਹੈ, ਮੈਂ ਤੇਰੇ ਧੰਨਵਾਦ ਕਰਾਂਗਾ। ਤੂੰ ਹੀ ਮੇਰਾ ਪਰਮੇਸ਼ਰ ਹੈ, ਮੈਂ ਤੇਰੀ ਵਡਿਆਈ ਕਰਾਂਗਾ। ਪ੍ਰਭੂ ਭਲਾ ਹੈ, ਉਸ ਦਾ ਧੰਨਵਾਦ ਕਰੋ। ਉਸ ਦੀ ਦਇਆ ਸਦੀਪਕ ਹੈ। ਹਾਲੇਲੂਇਆ। ਪਰਮੇਸ਼ਰ ਪਿਤਾ, ਹਾਲੇਲੂਇਆ, ਆਪ ਦਾ ਧੰਨਵਾਦ ਕਰਦੇ ਹਾਂ ਆਪ ਦੀ ਦਇਆ ਦੇ ਵਾਸਤੇ। ਆਪ ਦੀ ਦਇਆ ਸਦੀਪਕ ਹੈ। ਆਪ ਦਾ ਪਿਆਰ, ਆਪ ਦੀ ਦਇਆ ਰਹਿਮ ਦੇ ਲਈ ਆਪ ਦਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਪਿਤਾ, ਜੋ ਆਪ ਸਾਡੇ ਲਈ ਕਰਦੇ ਹੋ ਔਰ ਕਰਨਾ ਚਾਹੁੰਦੇ ਹੋ। ਕਿ ਆਪ ਨੇ ਸਾਡੇ ਲਈ ਕੀ ਕੁਛ ਨਹੀਂ ਕੀਤਾ, ਆਪਣਾ ਇਕਲੌਤਾ ਪੁੱਤਰ ਯਿਸੂ ਮਸੀਹ ਸਾਡੀ ਖਾਤਰ ਇਸ ਦੁਨੀਆ 'ਤੇ ਭੇਜ ਦਿੱਤਾ, ਤਾਂ ਕਿ ਜੋ ਵੀ ਉਸ 'ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ, ਉਹ ਸਦਾ ਦਾ ਜੀਵਨ ਪਾਵੇ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ ਇਸ ਦੇ ਲਈ, ਤਾਂ ਕਿ ਅਸੀਂ ਯਿਸੂ ਮਸੀਹ ਵਿੱਚ ਆਏ। ਆਪ ਨੇ ਹੀ ਸਾਨੂੰ ਅੰਧੇਰੇ 'ਚੋਂ ਕੱਢ ਕੇ ਸੱਚ ਨਾਲ ਜੋੜਿਆ, ਯਿਸੂ ਮਸੀਹ ਨਾਲ ਜੋੜਿਆ। ਇਹਦੇ ਵਿੱਚ ਕੋਈ ਸਾਡੀ ਅਕਲ, ਮਿਹਨਤ, ਸਮਝ ਦਾ ਨਤੀਜਾ ਨਹੀਂ। ਆਪ ਹੀ ਨੇ ਆਪਣੀ ਪਵਿੱਤਰ ਆਤਮਾ ਦੁਆਰਾ ਸਾਡੀਆਂ ਅੱਖਾਂ ਖੋਲ੍ਹੀਆਂ, ਸਾਨੂੰ ਜਾਣੂ ਕਰਵਾਇਆ ਕਿ ਯਿਸੂ ਮਸੀਹ ਹੀ ਰਾਹ, ਸੱਚ ਤੇ ਜ਼ਿੰਦਗੀ ਆ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਅਸੀਂ ਗੁਆਚੇ ਹੋਏ ਸੀ, ਅਸੀਂ ਭੁੱਲੇ ਹੋਏ ਸੀਗੇ, ਆਪ ਨੇ ਸਾਨੂੰ ਲੱਭ ਕੇ ਲਿਆਂਦਾ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਸਾਨੂੰ ਸਦਾ ਦਾ ਜੀਵਨ ਦਿੱਤਾ, ਔਰ ਪਰਮੇਸ਼ਰ ਪਿਤਾ ਆਪ ਨੇ ਨਰਕ ਦੀ ਅੱਗ ਦੀ ਸਜ਼ਾ ਤੋਂ ਆਪ ਨੇ ਸਾਨੂੰ ਬਚਾ ਲਿਆ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਔਰ ਆਪ ਨੇ ਸਾਨੂੰ ਸਵਰਗ ਦੀ ਸਿਟੀਜ਼ਨਸ਼ਿਪ ਦਿੱਤੀ, ਔਰ ਆਪਣੇ ਬੱਚੇ ਹੋਣ ਦਾ ਅਧਿਕਾਰ ਦਿੱਤਾ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ। ਆਪ ਹੀ ਦੇ ਵਚਨ ਦੇ ਵਿੱਚੋਂ, ਆਪ ਦੇ ਵਚਨ ਦੇ ਵਿੱਚੋਂ ਜੋ ਆਪ ਨੇ ਸਾਨੂੰ ਦਿੱਤਾ, ਉਸ ਨੂੰ ਪੜ੍ਹਨ ਜਾ ਰਹੇ ਹਾਂ, ਉਸ ਤੋਂ ਸਿੱਖਣ ਜਾ ਰਹੇ ਹਾਂ। ਪਰਮੇਸ਼ਰ ਪਿਤਾ, ਇਹ ਵਚਨ ਜੋ ਰੂਹ ਆ, ਜੋ ਜੀਵਨ ਆ, ਜੋ ਜ਼ਿੰਦਗੀ ਆ, ਜੋ ਰੌਸ਼ਨੀ ਆ, ਪਰਮੇਸ਼ਰ ਪਿਤਾ, ਇਹ ਪੜ੍ਹਨ ਜਾ ਰਹੇ ਹਾਂ ਪਰਮੇਸ਼ਰ ਪਿਤਾ। ਔਰ ਸਾਨੂੰ ਗਾਈਡ ਕਰੋ, ਲੀਡ ਕਰੋ ਪਰਮੇਸ਼ਰ ਪਿਤਾ। ਔਰ ਆਪ ਦੇ ਦਾਸ ਬ੍ਰਦਰ ਇਕਬਾਲ ਜੀ ਨੂੰ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ, ਔਰ ਇਹਨਾਂ ਦੇ ਜੀਵਨ ਦੇ ਲਈ, ਇਹਨਾਂ ਦੇ ਸਾਰੇ ਪਰਿਵਾਰ ਦੇ ਲਈ ਆਪ ਜੀ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਔਰ ਇਹਨਾਂ ਨੂੰ ਹੋਰ ਵੀ ਵੱਧ ਚੜ੍ਹ ਕੇ ਇਸਤੇਮਾਲ ਕਰੋ ਪਰਮੇਸ਼ਰ ਪਿਤਾ। ਔਰ ਇਹਨਾਂ ਦੇ ਕੰਮਾਂ ਦੇ ਵਿੱਚ ਜੋ ਜਿਸ ਤਰ੍ਹਾਂ ਆਪ ਇਹਨਾਂ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ, ਇਸਤੇਮਾਲ ਕਰੋ। ਔਰ ਇਹਨਾਂ ਨੂੰ ਤੰਦਰੁਸਤ ਰੱਖਣਾ, ਔਰ ਪਰਮੇਸ਼ਰ ਪਿਤਾ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਦੇ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਾ ਆਏ। ਪਰਮੇਸ਼ਰ ਪਿਤਾ, ਆਪ ਆਪਣੇ ਬੱਚਿਆਂ ਨੂੰ ਦਿੰਦੇ ਹੋ, ਆਪ ਨੀਂਦ ਵਿੱਚ ਵੀ ਦਿੰਦੇ ਹੋ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਇਹਨਾਂ ਨੂੰ ਬਰਕਤਾਂ ਨਾਲ ਭਰ ਦੇਣਾ ਪਰਮੇਸ਼ਰ ਪਿਤਾ। ਆਪਣੇ ਆਪ ਜੀ ਦੀ ਮਰਜ਼ੀ ਇਹਨਾਂ ਦੀ ਜ਼ਿੰਦਗੀ ਵਿੱਚ ਪੂਰੀ ਹੋਵੇ ਪਰਮੇਸ਼ਰ ਪਿਤਾ। ਔਰ ਜੋ ਕੁਛ ਵੀ ਅੱਜ ਬੋਲਿਆ ਜਾਵੇ, ਪੜ੍ਹਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਆਪ ਦੇ ਵਚਨ ਦੇ ਵਿੱਚੋਂ ਪਵਿੱਤਰ ਆਤਮਾ ਦੁਆਰਾ ਉਹ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ। ਔਰ ਪਵਿੱਤਰ ਆਤਮਾ ਜੀ ਸਾਨੂੰ ਗਾਈਡ ਕਰੋ, ਲੀਡ ਕਰੋ। ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਹਾਲੇਲੂਇਆ। ਜੈ ਮਸੀਹ ਦੀ। ਜੀ ਸਰ। ਹਾਂਜੀ, ਆਪਾਂ ਜੀ ਪਿਛਲੇ ਕੁਛ ਚਿਰਾਂ ਤੋਂ ਕਰ ਰਹੇ ਹੈਗੇ ਆ
ਬੁੱਕ ਆਫ ਰੈਵਲੇਸ਼ਨ, ਔਰ ਪਿਛਲੇ ਕੁਝ ਹਫ਼ਤਿਆਂ ਤੋਂ ਕਰ ਰਹੇ ਹੈਗੇ ਆ ਮਿਲੇਨੀਅਮ, 1000 ਸਾਲਾ ਯਿਸੂ ਮਸੀਹ ਦੀ ਬਾਦਸ਼ਾਹੀ। ਹਾਂਜੀ ਜੀ ਉਸ ਦੀਆਂ ਆਪਾਂ ਰਿਕਾਰਡਿੰਗ ਕਾਫੀ ਹੋ ਗਈਆਂ ਤੇ ਆਪਾਂ ਉਹਨੂੰ ਅੱਗੇ ਜਾਰੀ ਰੱਖਦੇ ਕਰਦੇ ਹਾਂ ਜੀ। ਹਾਂਜੀ ਬਿਲਕੁਲ ਠੀਕ ਤੁਸੀਂ ਕਿਹਾ ਹੈ ਕਿ ਪ੍ਰਕਾਸ਼ ਦੀ ਪੋਥੀ ਉਹਦੇ 20 ਦੀ 4 ਤੋਂ 10 ਆਇਤਾਂ ਅਸਾਂ ਪੜ੍ਹੀਆਂ ਸਨ, ਹੈ ਨਾ। ਹਾਂਜੀ ਸੋ ਹਾਲਾ ਉਹ ਹੀ ਅਸੀਂ ਉਹਦੇ 'ਤੇ ਹੀ ਵਰਕ ਕਰ ਰਹੇ ਹਾਂ। ਹਾਂਜੀ ਠੀਕ ਹੈ, ਬਿਲਕੁਲ। ਜਿਹਦੇ 'ਚ ਅਸੀਂ ਇਹ ਦੇਖਿਆ ਕਿ 1000 ਸਾਲਾ ਬਾਦਸ਼ਾਹੀ ਕਿਸ ਤਰ੍ਹਾਂ ਕਾਇਮ ਹੋਏਗੀ, ਹੈ ਨਾ, ਕਿ ਉਹਦੇ ਵਿੱਚ ਕੀ ਕੀ ਹੋਏਗਾ। ਸੋ ਲਾਸਟ ਸਟੱਡੀ ਦੇ ਵਿੱਚ ਅਸੀਂ ਇਹ ਦੇਖਿਆ ਸੀ ਕਿ 1000 ਸਾਲਾ ਬਾਦਸ਼ਾਹੀ ਦੇ ਵਿੱਚ ਕੀ ਉਹਨੂੰ ਲਿਵਿੰਗ ਕੰਡੀਸ਼ਨਸ ਜਾਂ ਉਹਨੂੰ ਕੀ ਕਹਿ ਲਓ ਰਹਿਣ ਦੇ ਲਈ ਕੀ ਹਾਲਾਤ ਹੋਣਗੇ। ਠੀਕ ਹੈ, ਉਹਦੇ 'ਚ ਅਸੀਂ ਇਹ ਦੇਖਿਆ ਸੀ ਕਿ ਸ਼ੈਤਾਨ 'ਤੇ ਬਣਿਆ ਜਾਏਗਾ। ਠੀਕ ਹੈ, ਔਰ ਉਹਦੇ ਜਿਹੜੀ ਉਹਦੀ ਟੀਮ ਹੈ, ਟੀਮ ਮੀਨਸ ਕਿ ਦੇਗੇ ਗਏ ਫਰਿਸ਼ਤੇ, ਕਿਉਂਕਿ 1000 ਸਾਲਾ ਬਾਦਸ਼ਾਹੀ ਤੋਂ ਪਹਿਲੇ ਹੀ ਆਪਣਾ ਯਿਸੂ ਦਾ ਵਿਰੋਧੀ ਬੀਸਟ ਤੇ ਝੂਠਾ ਨਬੀ, ਯਾਨੀ ਪਹਿਲਾ ਵਾਨ ਦੂਸਰਾ ਵਾਨ, ਉਹ ਤਾਂ ਪਹਿਲਾਂ ਹੀ ਪਾ ਦਿੱਤੇ ਜਾਣਗੇ ਅੱਗ ਦੀ ਚੀਲੇ। ਸੋ ਇਹ ਸਟੱਡੀ ਕੀਤੀ ਡਿਟੇਲ ਵਿੱਚ, ਫਿਰ ਬੜਾ ਯੂਨੀਵਰਸਲ ਪੀਸ ਹੋ ਜਾਣਾ ਪੂਰੀ ਦੁਨੀਆ 'ਚ। ਠੀਕ ਹੈ, ਉਹਦੇ ਬਾਰੇ ਦੇਖਿਆ। ਫਿਰ ਕਿਸ ਤਰੀਕੇ ਨਾਲ ਬਹੁਤ ਜ਼ਿਆਦਾ ਬਹੁਤਾਤ ਨਾਲ ਪ੍ਰੋਸਪੈਰਿਟੀ ਹੋਏਗੀ, ਕੋਈ ਕਿਸੇ ਚੀਜ਼ ਦੀ ਘਾਟਾ ਨਹੀਂ ਹੋਣਾ, ਹੈ ਨਾ, ਗਰੀਬੀ ਨਹੀਂ ਹੋਏਗੀ, ਸਭ ਨਿਜ਼ਾਮ ਬੜਾ ਅੱਛਾ ਚੱਲੇਗਾ। ਠੀਕ ਹੈ, ਫਿਰ ਫਾਈਨੈਂਸ਼ੀਅਲ ਸਿਸਟਮ ਦੇ ਵਿੱਚ ਆਪਾਂ ਸਟੱਡੀ ਕਰ ਰਹੇ ਸਾਂ ਕਿ ਲਾਸਟ ਸਟੱਡੀ 'ਚ ਫਾਈਨੈਂਸ਼ੀਅਲ ਸਿਸਟਮ ਸੀਗੇ, ਹੈ ਨਾ, ਕਿ ਕਿਸ ਤਰ੍ਹਾਂ, ਚੂੰਕਿ ਕੋਈ ਕਰਪਟ ਪੋਲੀਟੀਸ਼ੀਅਨ ਹੋਣਾ ਨਹੀਂ, ਸਿਆਸਤਦਾਨ ਨਹੀਂ ਹੋਣਾ, ਇਸ ਲਈ ਇਹ ਜਿਹੜੀ ਹਕੂਮਤ ਹੈ, ਇਹ ਸੰਤ ਜਿਹੜੇ ਨੇ ਪੁਰਾਣੇ ਨੇਮ ਦੇ ਤੇ ਨਵੇਂ ਨੇਮ ਦੇ ਜਿਹੜੇ ਨੇ ਗਲੋਰੀਫਾਈਡ ਸੇਂਟਸ ਉਹਨਾਂ ਨੂੰ ਕਹਿ ਲਓ, ਤੇ ਉਹ ਮਿਲ ਕੇ ਬੜੀ ਕੀ ਉਹਨੂੰ ਕਹਿ ਲਓ ਹੋਲੀਨੈਸ ਵਿੱਚ ਤੇ ਪਵਿੱਤਰਤਾ ਵਿੱਚ, ਹਾਂਜੀ, ਤੇ ਸੱਚਾਈ ਦੇ ਨਾਲ ਤੇ ਧਾਰਮਿਕਤਾ ਦੇ ਨਾਲ ਹਕੂਮਤ ਚਲਾਉਣਗੇ। ਤੇ ਉਹਨਾਂ ਨੂੰ ਚੂੰਕਿ ਉਹ ਹੀ ਮਾਲਕ ਹੋਣਗੇ, ਔਰ ਇਸ ਲਈ ਉਹਨਾਂ ਨੂੰ ਕਦੀ ਉਹਨਾਂ ਦੀ ਤਨਖਾਹ ਤਨਖੂਹ ਨਹੀਂ ਹੋਣੀ। ਲੇਕਿਨ ਜਿਹੜੇ ਮਿਸ਼ਨਰੀਜ਼ ਆਪਾਂ ਸਟੱਡੀ ਕੀਤੀ ਸੀ, ਮਿਸ਼ਨਰੀਜ਼ ਤੇ ਜਿਹੜੇ ਗੌਰਮੈਂਟ ਸਰਵੈਂਟ ਹੋਣਗੇ, ਉਹਨਾਂ ਨੂੰ ਤਨਖਾਹ ਤਨਖੂਹ ਚੰਗੀ ਲੱਭਣੀ ਹੈ, ਬੈਨੀਫਿਟਸ ਵੀ ਮਿਲਣਗੇ। ਆਰਮੀ ਵਾਲੇ ਬੈਠੇ ਦੇ ਨੇ, ਹਾਲੇਲੂਇਆ, ਤੇ ਟੈਕਸ ਨਹੀਂ ਕੱਟਾਂਗੇ, ਉਦੋਂ ਟੈਕਸ ਨਹੀਂ ਹੋਏ, ਕੀ ਕਹਿੰਦੇ ਨੇ, ਕਿਹੜੀ ਟੈਕਸ ਨੂੰ ਟੈਕਸ ਹੀ ਕਹਿੰਦੇ ਜੀ। ਹਾਂਜੀ, ਟੈਕਸ ਹੀ, ਲਗਾਨ ਕਹਿੰਦੇ, ਸ਼ਾਇਦ ਲਗਾਨ ਸ਼ਾਇਦ ਲੱਗ ਗਿਆ ਹੁੰਦਾ। ਹਾਂਜੀ। ਸੋ ਚੌਥਾ ਪੁਆਇੰਟ ਤੱਕ ਅਸੀਂ ਪਹੁੰਚੇ ਸਾਂ। ਪੰਜਵਾਂ ਪੁਆਇੰਟ ਇਹ ਵੇ ਕਿ ਫੁੱਲ ਜਸਟਿਸ ਫॉर ਆਲ, ਇਹ ਜਿਹੜੀ ਹੈ ਨਾ ਸਾਰਿਆਂ ਦੇ ਲਈ ਮੁਕੰਮਲ ਨਿਆਂ ਹੋਏਗਾ, ਇਨਸਾਫ ਹੋਏਗਾ, ਯਾਨੀ ਧਰਮੀਆਂ ਲਈ ਤੇ ਜਿਹੜੀਆਂ ਕੌਮਾਂ ਉੱਤੇ ਫਿਰ ਜੈਂਟਾਈਲਸ ਜਾਂ ਜਿਹੜੀਆਂ ਹਾਲਾ ਯਿਸੂ ਤੇ ਈਮਾਨ ਨਹੀਂ ਵੀ ਲਿਆਈਆਂ, ਉਹਦੇ ਹਵਾਲੇ ਕੁਛ ਲਿਖ ਲਓ ਤੇ ਵਿੱਚ ਪੜ੍ਹ ਦੇਣਾ, ਕਿਉਂਕਿ ਇਹ ਯਾਦ ਰੱਖਣਾ ਹੈ ਕਿ ਖੁਦਾਵੰਦ ਯਿਸੂ ਮਸੀਹ 1000 ਸਾਲਾ ਬਾਦਸ਼ਾਹੀ ਵਿੱਚ ਮੇਨ ਰੋਲ ਖੁਦਾਵੰਦ ਯਿਸੂ ਮਸੀਹ ਹੈ, ਤੇ ਉਹਦੇ ਨਾਲ ਫਿਰ ਅਸੀਂ ਆ ਤੇ ਪੁਰਾਣੇ ਨੇਮ ਦੇ ਸੰਤ ਮਿਲ ਕੇ ਇਹ ਸਾਰਾ ਸਿਸਟਮ ਕਰਨਗੇ। ਸੋ ਬੜੀ ਭਵਿੱਖਬਾਣੀਆਂ ਹੋਈਆਂ ਨੇ। ਯਸਾਇਆ ਨੇ 740 ਸਾਲ ਪਹਿਲੇ ਇਹ ਪਲਾਨ ਦੱਸ ਦਿੱਤਾ ਸੀ ਪ੍ਰਭੂ ਯਿਸੂ ਦਾ, ਤੇ ਨਾਲ ਹੀ ਅੱਗੇ ਕਲੀਸਿਆ ਦਾ, ਹੈ ਨਾ। ਸੋ ਅਸਲ ਵਿੱਚ ਇਹ ਪਲਾਨ ਸ਼ੁਰੂ ਤੋਂ ਹੈ ਕਿ ਬਨੀ ਇਸਰਾਈਲ ਕੌਮ ਤੇ ਜੈਂਟਾਈਲਸ ਗੈਰ ਕੌਮਾਂ ਨੂੰ ਇੱਕ ਕਰਕੇ ਇਹ ਪਰਮੇਸ਼ਵਰ ਦੇ ਰਾਜ ਵਿੱਚ ਕੰਮ ਕਰਨਗੇ। ਠੀਕ ਹੈ, ਯਸਾਇਆ ਅਜ਼ਾਇਆ ਚੈਪਟਰ 9 ਵਰਸ 6 ਤੇ 7, ਯਸਾਇਆ 9 ਦੀ 6 ਤੇ 7, ਤੇ ਅਜ਼ਾਇਆ ਚੈਪਟਰ, ਤੁਸੀਂ ਪੰਜਾਬੀ ਬੋਲੀਏ, ਅਜ਼ਾਇਆ ਚੈਪਟਰ 11 ਵਰਸ 3 to 5। ਹਾਂਜੀ, ਅਜ਼ਾਇਆ 11 ਦੀ 3 ਤੋਂ 5, 11 ਦੀ 3 ਤੋਂ 5। ਉਹਦੇ ਬਾਅਦ ਅਜ਼ਾਇਆ 60 ਵਰਸ 18, 60 ਦੀ 18 ਜੀ, ਤੇ ਸੌਰੀ, ਹਾਂ 60 ਜੀ, ਕੀ ਕਿਹਾ 16 60 ਮਤਲਬ ਹੈ ਅਜ਼ਾਇਆ 60 ਦੀ 18। 60, ਹਾਂ ਠੀਕ ਜੀ। ਵੈਸੇ ਅਗਰ ਇਹ ਖੁਦਾਵੰਦ ਯਿਸੂ ਮਸੀਹ ਨੇ ਵੀ ਜਦੋਂ
ਧਰਤੀ 'ਤੇ ਖਿਦਮਤ ਕਰ ਰਹੇ ਸਨ ਤੇ ਬਹੁਤ ਗੱਲਾਂ ਇਸ ਬਾਰੇ 'ਚ ਹੀ ਦਸੀਆਂ ਨੇ। ਅਗਰ ਪੜ੍ਹਨਾ ਚਾਹੀਦਾ ਹੈ, ਮੱਤੀ 5 ਚੈਪਟਰ ਤੋਂ ਲੈ ਕੇ 7 ਚੈਪਟਰ ਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦੇ ਵਿੱਚ ਇਹ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਸਾਨੂੰ ਹੁਣ ਜ਼ਿੰਦਗੀ ਬਤੀਤ ਕਰਨੀ ਹੈ ਤੇ ਉਦੋਂ ਵੀ ਕੀ ਹੋਏਗਾ। ਸੋ ਜਿਹੜੇ ਹੈਗੇ ਨੇ ਜਿਊਜ਼, ਉਦੋਂ ਤੇ ਇੱਕ ਹੀ ਹੋ ਜਾਣਗੇ। ਹੁਣ ਵੀ ਅਸੀਂ ਦੇਖਿਆ ਜਾਏ, ਹਰ ਕ੍ਰਿਸਚੀਅਨ ਜਿਹਨੇ ਪਛਤਾਵਾ ਕੀਤਾ ਹੈ, ਪ੍ਰਭੂ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ ਹੈ, ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਵਸੀਲੇ ਦੇ ਨਾਲ ਇਬਰਾਹਿਮ ਦੀ ਨਸਲ, ਉਹਦੇ ਜਿਹੜੇ ਪ੍ਰੋਮਿਸਿਸ ਜਾਂ ਵਾਅਦੇ ਨੇ ਤੇ ਜਾਂ ਉਹਨਾਂ ਨੂੰ ਜੋ ਕੁਝ ਇਨਹੈਰੀਟੈਂਸ ਜਾਂ ਮਿਰਾਸ ਦਿੱਤੀ ਗਈ ਹੈ, ਉਹਦੇ ਸ਼ਾਮਲ ਆ ਇਫਸੀਆਂ 3:6 ਵੇ ਤੇ ਗਲਤੀਆਂ ਜਿਹੜੀ ਹੈਗੀ ਹੈ ਉਹਦੀ ਗਲਤੀਆਂ 3 ਦੀ ਕਰ ਲਓ 14, ਗਲਤੀਆਂ 3 ਦੀ 29। ਸੋ ਇਹਦੇ ਵਿੱਚ ਇਹ ਦੱਸਦਾ ਬਿਆਨ ਹੈ ਕਿ ਯਿਸੂ ਮਸੀਹ ਦੇ ਵਸੀਲੇ ਨਾਲ ਅਸੀਂ ਇਹਨਾਂ ਚੀਜ਼ਾਂ ਦੇ ਭਾਗੀ। ਠੀਕ ਹੈ ਜੀ। ਸੋ ਇਸ ਲਈ ਉਦੋਂ ਇਹ ਜਸਟਿਸ ਦੀ ਗੱਲ ਹੋ ਰਹੀ ਹੈ, ਇਨਸਾਫ ਦੀ ਗੱਲ ਹੋ ਰਹੀ ਹੈ ਤੇ 60 ਦੀ ਇਹ ਵਰਸਿਸ ਵਿੱਚੋਂ ਕੋਈ ਪੜ੍ਹ ਦਿਓ, ਯਾਨੀ ਉਸ ਦੌਰ ਵਿੱਚ ਵੀ ਇਨਸਾਫ ਪੂਰਾ ਹੋਏਗਾ। ਤੇ ਜੇ ਕੋਈ ਉਸ ਦੌਰ ਵਿੱਚ ਕੋਈ ਇਹੋ ਜਿਹਾ ਗੁਨਾਹ ਕਰੇਗਾ ਜਿਹਦੀ ਸਜ਼ਾ ਮੌਤ ਹੋਏਗੀ, ਉਹਨੂੰ ਸੁਣਾਈ ਦਿੱਤੀ ਜਾਏਗੀ। ਕਿਉਂਕਿ ਇਹ ਇਸ ਲਈ ਹੈ ਕਿ ਇਹ ਦੇਖੋ, ਇੱਕ ਚੀਜ਼ ਯਾਦ ਰੱਖਣੀ ਹੈ ਕਿ 1000 ਸਾਲਾ ਬਾਦਸ਼ਾਹੀ ਸ਼ੁਰੂ ਹੋਣ ਤੋਂ ਪਹਿਲੇ ਵੀ ਜ਼ਿੰਦਾ ਕੌਮਾਂ ਦੀ ਨਿਆਂ ਹੋਣਾ, ਠੀਕ ਹੈ। ਲੇਕਿਨ ਜਦੋਂ 1000 ਸਾਲਾ ਬਾਦਸ਼ਾਹੀ ਸ਼ੁਰੂ ਹੋ ਜਾਏਗੀ ਤੇ ਇਹ ਜਸਟਿਸ ਦਾ ਜਾਂ ਇਹਨੂੰ ਕੀ ਕਹਿ ਲਓ ਇਨਸਾਫ ਦਾ ਨਿਜ਼ਾਮ ਉਦੋਂ ਵੀ ਚੱਲਣਾ ਔਰ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ 1000 ਸਾਲਾ ਬਾਦਸ਼ਾਹੀ ਜਾਂ 1000 ਸਾਲਾ ਬਾਦਸ਼ਾਹੀ ਤੋਂ ਪਹਿਲੇ ਪ੍ਰਭੂ ਯਿਸੂ ਮਸੀਹ ਤੇ ਉਹ ਸਾਰੇ ਸਜ਼ਾ ਦੇ ਦੇਣਗੇ ਤੇ ਉਹਨਾਂ ਨੂੰ ਚਿੱਟੇ ਤਖਤ ਦੇ ਵਿੱਚ ਸਜ਼ਾ ਦੇਣ ਦੀ ਲੋੜ ਨਹੀਂ, ਉਹ ਸਿੱਧੇ ਹੀ ਇਹ ਲੋਕ ਅੱਗ ਦੀ ਝੀਲ ਵਿੱਚ ਸੁੱਟੇ ਜਾਣਗੇ। ਠੀਕ ਹੈ, ਇਹ ਥੋੜਾ ਜਿਹਾ ਜ਼ਰਾ ਕਨਸੈਪਟ ਹੈ। ਠੀਕ ਹੈ। ਸੋ ਇਹ ਦੇਖ ਲਓ ਕਿਸ ਤਰੀਕੇ ਨਾਲ ਕੋਈ ਵਰਸਿਸ ਹੈ ਨਾ ਆਪਾਂ ਮੈਂ ਜੀ ਪੜ੍ਹਿਆ ਹੈ ਯਸਾਇਆ 60 ਦੀ 18 ਕੱਢੀ ਹੈਗੀ ਹੈ ਜੀ। ਅੱਛਾ, ਇਹ 'ਚ ਲਿਖਿਆ, ਹਿੰਸਾਤਮਕ ਰੌਲਾ ਅੱਗੇ ਤੋਂ ਤੇਰੇ ਵਿੱਚ ਸੁਣਾਈ ਨਹੀਂ ਦੇਵੇਗਾ। ਹਾਂਜੀ, ਹਿੰਸਾਤਮਕ ਮਤਲਬ ਲੜਾਈ ਝਗੜੇ ਵਾਲਾ ਜਿਹੜਾ ਉਹਨੂੰ ਰੌਲਾ ਹੈ ਨਾ, ਅੱਗੇ ਤੋਂ ਦਿਖਾਈ ਨਹੀਂ ਦੇਵੇਗਾ ਅਤੇ ਤੇਰਾ ਦੇਸ਼ ਫਿਰ ਤਬਾਹੀ ਨਹੀਂ ਦੇਖੇਗਾ। ਮੈਂ ਤੇਰੀ ਰੱਖਿਆ ਪੱਕੀ ਕੰਧ ਦੇ ਵਾਂਗ ਕਰਾਂਗਾ ਅਤੇ ਤੂੰ ਮੇਰੀ ਮਹਿਮਾ ਕਰੇਗਾ ਕਿਉਂਕਿ ਮੈਂ ਤੇਰਾ ਬਚਾਅ ਕੀਤਾ ਹੈ। ਸੋ ਇਹ ਅਸੀਂ ਦੇਖ ਰਹੇ ਹਾਂ ਕਿ ਇਹ ਸਾਰਾ ਕੁਝ ਸਹੀ ਇਨਸਾਫ ਹੋਏਗਾ। ਜਿਸ ਤਰ੍ਹਾਂ ਦੁਨੀਆ ਦੇ ਵਿੱਚ ਵੀ ਗੜਬੜ ਹੋ ਸਕਦੀ ਹੈ ਇਨਸਾਫ ਦੇ ਵਿੱਚ, ਇੱਥੇ ਤੇ ਸੱਚਾ ਇਨਸਾਫ ਕਰਨੇ ਵਾਲਾ ਆਏਗਾ, ਕੋਈ ਗਲਤੀ ਨਹੀਂ ਹੋਏਗੀ। ਮਤਲਬ ਹੈ ਚੂੰਕਿ ਰਾਈਚਸਨੈਸ, ਹੋਲੀਨੈਸ ਤੇ ਕੀ ਕਹਿੰਦੇ ਉਹਦੇ ਮੁਤਾਬਿਕ ਇਹ ਸਾਰਾ ਕੁਝ ਨਿਜ਼ਾਮ ਚੱਲੇਗਾ। ਬਲੀਵਰਸ ਲਈ ਵੀ ਜਿਹੜੇ ਯਿਸੂ ਦੇ ਨਾਲ ਨੇ, ਉਹ ਤੇ ਜਿਹੜੇ ਦੂਸਰੇ ਨੇ ਉਹ ਚੂੰਕਿ ਇਹ ਤੇ ਉਹਨਾਂ ਨਾਲ ਕਰਨਗੇ, ਲੇਕਿਨ ਉਦੋਂ ਵੀ ਲੋਕ ਚੰਗੇ ਮਾੜੇ ਹੋਣਗੇ ਵਿੱਚ, ਉਹਦੀ ਗੱਲ ਹੋ ਰਹੀ ਹੈ। ਕਿਉਂਕਿ ਜਦੋਂ ਯਿਸੂ ਆਪਣੀ ਕਲੀਸਿਆ ਨੂੰ ਹਰ ਕਿਸਮ ਦੀ ਰਿਬੈਲੀਅਨ ਤੋਂ ਉਹਨੇ ਪਾਕ ਕਰ ਦੇਣਾ, ਜਿਨ੍ਹਾਂ ਨੂੰ ਗਲੋਰੀਫਾਈ ਬਾਡੀ ਮਿਲੀ ਹੋਏਗੀ, ਉਹਨਾਂ 'ਚ ਚਾਂਸ ਨਹੀਂ ਹੋਏਗਾ ਕਿ ਉਹ ਕੋਈ ਪਾਪ ਛਾਪ ਕਰ ਸਕਣ। ਤੇ ਪੁਰਾਣੇ ਨੇਮ ਦੇ ਵੀ ਉਹਨਾਂ ਨੂੰ ਵੀ, ਜਿਸ ਤਰ੍ਹਾਂ ਪਿੱਛੇ ਪੜਿਆ ਕਿ ਪਿਛਲੀ ਬਾਰਿਸ਼ ਲੈਟਰ ਰਹੇ, ਉਹ ਉਹਨਾਂ ਨੂੰ ਵੀ ਇਹ ਗਲੋਰੀ ਦੇ ਵਿੱਚ ਸ਼ਾਮਲ ਹੋ ਜਾਣਗੇ। ਇਸ ਲਈ ਇਹ ਪੂਰੇ ਯਿਸੂ ਦੇ ਨਾਲ ਉਹ ਹੀ ਚੱਲ ਸਕਦਾ ਜਿਹੜਾ ਪਰਫੈਕਟ ਹੋਣਗੇ। ਉਦੋਂ ਹੁਣ ਨਹੀਂ ਅਸੀਂ ਪਰਫੈਕਸ਼ਨ ਦੀ ਰਾਹ ਜਾ ਰਹੇ ਹਾਂ ਜੀ। ਫਿਰ ਅਸੀਂ ਇਹ ਦੇਖ ਰਹੇ ਹਾਂ ਕਿ ਲਿਵਿੰਗ ਕੰਡੀਸ਼ਨ ਕੀ ਹੋਏਗੀ, ਬਈ ਉੱਥੇ ਰਹਿਣ ਦਾ ਕੀ ਸਿਸਟਮ ਕੀ ਹੋਏਗਾ। ਤੇ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਲਾਈਫ, ਉਹ ਬੜੀ ਲੰਮੀ ਹੋਏਗੀ।
ठीक है। कुछ देख लो कि यसाया 65 ਦੀ ਵੀ, सो ਜ਼ਕਰਿਆ 8 ਦੀ 4, ਠੀਕ ਹੈ। ਇਹਨਾਂ ਵਿੱਚੋਂ ਕੁਝ ਪੜ੍ਹ ਦੇਣਾ, ਯਾਨੀ ਕਿ ਇਨਸਾਨ ਦੀ ਜ਼ਿੰਦਗੀ ਉਦੋਂ ਸਾਰਿਆਂ ਦੀ 1000 ਬਰਸ ਤੇ ਐਵੇਂ ਹੀ ਹੋਣੀ ਹੈ, ਲੇਕਿਨ ਜਿਹੜੇ ਲੋਕ 1000 ਬਰਸ ਦੇ ਇਹ ਜਿਹੜੀ ਬਾਦਸ਼ਾਹੀ ਹੈ ਯਿਸੂ ਦੀ ਹੈ, ਉਹਦੇ ਬਾਅਦ ਸ਼ੈਤਾਨ ਨਾਲ ਰਲ ਜਾਣਗੇ, ਹੈ ਜੀ। ਉਹ ਜਿਹੜੇ ਨੇ ਉਹਨਾਂ ਦਾ ਕੰਮ ਗੋਗ ਮਗੋਗ ਦੀ ਉਹਦੇ ਵਿੱਚ ਹੋ ਜਾਣਾ, ਕੀ ਕਹਿੰਦੇ ਨੇ, ਜੂਝ ਮਜੂਝ ਦੀ ਜੰਗ 'ਚ। ਲੇਕਿਨ ਜਿਹੜੇ ਉਹਦੇ ਨਾਲ ਨਹੀਂ ਰਲਣਗੇ, ਕਿਉਂਕਿ 1000 ਸਾਲਾਂ ਤੋਂ ਬਾਅਦ ਥੋੜ੍ਹੀ ਦੇਰ ਲਈ ਸ਼ੈਤਾਨ ਖੋਲ੍ਹਿਆ ਜਾਏਗਾ ਔਰ ਫਿਰ ਜਾ ਕੇ ਭਰਮਾਏਗਾ ਲੋਕਾਂ ਨੂੰ। ਤੇ ਇਹਦਾ ਮਤਲਬ ਇਹ 1000 ਸਾਲਾਂ ਵਿੱਚ ਸਾਰੇ ਵੀ ਯਿਸੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਨਹੀਂ ਕਰਨਗੇ, ਤਾਂ ਹੀ ਉਹਦੇ ਮਗਰ ਜਾਣੇ। ਤੇ ਜਿਹੜੇ ਤੇ ਨਹੀਂ ਉਹਦੇ ਪਿੱਛੇ ਲੱਗਣਗੇ, ਉਦੋਂ ਵੀ ਧਰਮੀ ਲੋਕ ਹੋਣਗੇ, ਉਹ ਫਿਰ ਹਮੇਸ਼ਾ ਲਈ ਰਾਜ ਕਰਨਗੇ ਪ੍ਰਭੂ ਯਿਸੂ ਨਾਲ। ਠੀਕ ਹੈ, ਹਵਾਲੇ ਕੁਛ ਪੜ੍ਹ ਦਿਓ ਪਲੀਜ਼। ਹਾਂਜੀ, ਆਪਾਂ ਪੜ੍ਹੀਏ ਜੀ ਇਜ਼ਾਇਆ 65 ਦੀ 20। ਹਾਂਜੀ, ਇਹਦੇ ਵਿੱਚ ਇਹ 1000 ਸਾਲਾ ਬਾਦਸ਼ਾਹੀ ਦੇ ਵਿੱਚ ਲਿਖਿਆ ਉਹਦੀ ਗੱਲ। ਤੁਸੀਂ ਪੁਆਇੰਟ ਦਿੱਤਾ ਹੈ ਪਿਛਲੀ ਵਾਰੀ, ਮੈਂ ਲਿਖ ਲਿਆ ਸੀ। ਹਾਲੇਲੂਇਆ। ਉਹਦੇ ਵਿੱਚ ਇਹ ਲਿਖਿਆ ਹੈਗਾ, ਇਹ 1000 ਸਾਲਾ ਬਾਦਸ਼ਾਹੀ ਦੀ ਗੱਲ ਹੋ ਰਹੀ ਹੈ। ਅੱਗੇ ਤੋਂ ਬੱਚੇ ਆਪਣੇ ਬਚਪਨ ਵਿੱਚ ਮਰਨਗੇ ਨਹੀਂ, ਅਤੇ ਹੋਰ ਕੋਈ ਆਪਣੀ ਪੂਰੀ ਉਮਰ ਭੋਗ ਕੇ ਹਰ ਕੋਈ ਆਪਣੀ ਪੂਰੀ ਉਮਰ ਭੋਗ ਕੇ ਮਰੇਗਾ। ਜੋ ਮਨੁੱਖ 100 ਸਾਲ ਦਾ ਹੋ ਕੇ ਮਰੇਗਾ, ਉਹ ਛੋਟੀ ਉਮਰ ਦਾ ਹੀ ਸਮਝਿਆ ਜਾਵੇਗਾ। ਜੇ ਕੋਈ 100 ਸਾਲ ਦਾ ਮਰਿਆ, ਇਹ 1000 ਸਾਲ ਦੇ ਵਿੱਚ ਹੈ ਨਾ। ਇਸ ਤੋਂ ਪਹਿਲਾਂ ਮਰਨ ਦਾ ਅਰਥ ਹੋਵੇਗਾ ਕਿ ਮੈਂ ਉਹਨਾਂ ਨੂੰ ਸਜ਼ਾ ਦਿੱਤੀ ਹੈ। ਜੇ ਕੋਈ 100 ਸਾਲ ਤੋਂ ਪਹਿਲੇ ਮਰ ਗਿਆ, ਇਹ ਮਤਲਬ ਰੱਬ ਦੀ ਸਜ਼ਾ। ਇਸ ਲਈ ਕਿ ਜਿਹੜੇ ਤੇ ਸ਼ੈਤਾਨ ਪਿੱਛੇ ਨਹੀਂ ਲੱਗਣਗੇ ਉਹ ਜਿੰਦੇ ਰਹਿਣਗੇ, ਲੇਕਿਨ ਜਿਹੜੇ ਲੱਗਣਗੇ ਉਹ ਫਿਰ ਮਾਰੇ ਜਾਣਗੇ। ਗੋਗ ਮਗੋਗ ਜਾਂ ਕੀ ਉਹਨੂੰ ਯਾਰ, ਜੂਝ ਮਜੂਝ। ਹਾਂਜੀ, ਠੀਕ ਹੈ। ਹਾਂ, ਸੋ ਤੇ ਜ਼ਕਰਿਆ 8 ਦੀ 4 ਵੀ ਪੜ੍ਹਦੀ ਹੈ ਜੀ, ਉਹ ਵੀ ਪੜ੍ਹ ਦਿਓ ਜੀ। ਤੁਸੀਂ ਵੀ ਦੱਸਿਆ ਸੀ ਜ਼ਕਰਿਆ 8 ਦੀ 4 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਹ ਇੱਕ ਵਾਰ ਫਿਰ ਯਰੂਸ਼ਲਮ ਦੀਆਂ ਗਲੀਆਂ ਵਿੱਚ ਬੁੱਢੜਿਆਂ ਹੱਥਾਂ ਵਾਂਗ ਸਹਾਰੇ ਲਈ ਸੋਟੀਆਂ ਨਾਲ ਬੈਠਣਗੇ। ਹਾਂਜੀ, ਇਹ ਲਿਖਿਆ ਜੀ। ਜਿਸ ਤਰ੍ਹਾਂ ਇੱਥੇ ਪਾਰਕਾਂ 'ਚ ਬਹਿੰਦੇ ਨੇ, ਹਾਂਜੀ, ਹਸਪਤਾਲਾਂ 'ਚ ਨਹੀਂ ਹੋਣਗੇ, ਘਰਾਂ 'ਚ ਨਹੀਂ ਬਿਮਾਰ ਹੋਣਗੇ, ਹਾਂਜੀ, ਬੈਠਣਗੇ, ਆਪਣੀ ਮਹਿਫਲ ਲਾਉਣਗੇ। ਹਾਂਜੀ, ਰੂਹਾਨੀ ਮਹਿਫਲ। ਹਾਂਜੀ, ਪਰ ਇਹ ਇੱਕ ਗੱਲ ਹੋਰ ਕਲੀਅਰ ਕਰਦੀ ਹੈ ਜੀ, ਇਹ ਜਿਹੜੇ ਹੁਣ ਅਸੀਂ ਜਿਹੜੇ ਯਿਸੂ ਮਸੀਹ ਵਿੱਚ ਹੋਣੇ, ਇਹ ਸਾਡੀ ਗੱਲ ਨਹੀਂ ਹੋ ਰਹੀ ਹੈਗੀ ਜੀ। ਹਾਂਜੀ, ਮੇਕ ਸ਼ੋਰ। ਅੱਛਾ, ਆਪਾਂ ਉਦੋਂ ਇੰਨੇ ਸਾਲ ਜੀਣਾ, ਇਹ ਸਾਡੀ ਗੱਲ ਨਹੀਂ ਹੋ ਰਹੀ। ਇਹ ਜਿਹੜੇ ਉਸ ਸੈਮ ਲੋਕੀ ਹੋਣਗੇ, ਸਾਨੂੰ ਤਾਂ ਆਪਣੇ ਗਲੋਰੀਫਾਈ ਬੋਡੀ ਮਿਲੀ ਹੋਣੀ ਨਾ, ਅਸੀਂ ਤਾਂ ਫਿਰ ਮਰਨਾ ਹੀ ਨਹੀਂ। ਔਰ ਕੱਲ੍ਹ ਤੁਸੀਂ ਬੜਾ ਅੱਛਾ ਬਿਆਨ ਕਰ ਰਹੇ ਸੋ। ਹਾਂਜੀ, ਤੇ ਸਾਨੂੰ ਇਟਰਨਿਟੀ ਮਿਲ ਚੁੱਕੀ ਹੈ। ਹਾਂਜੀ, ਠੀਕ ਹੈ। ਪਹਿਲਾ ਯੂਹੰਨਾ 5:13 ਤੁਸੀਂ ਕੋਟ ਕੀਤੀ ਸੀ, ਮੈਂ ਸੁਣ ਰਿਹਾ ਸਾਂ। ਤੇ ਇਟਰਨਿਟੀ ਹੁਣੀ ਸਾਡੇ ਵਿੱਚ ਹੈਗੀ ਹੈ, ਤੇ ਉਦੋਂ ਹੋਰ ਪਿਓਰ ਹੋ ਜਾਾਂਗੇ ਤੇ ਆਪਾਂ ਨਾਲ ਹੀ ਰਹਿਣਾ ਯਿਸੂ ਦੇ। ਆਪਾਂ ਨਹੀਂ ਮਰਨਾ, ਤੇ ਨਾ ਖੁੰਡੀਆਂ ਫੜਨੀਆਂ, ਨਾ ਹੀ ਸਾਡਾ ਆਹ ਸਰੀਰ ਹੋਣਾ ਆ। ਹਾਂਜੀ, ਸਾਡਾ ਸਰੀਰ ਹੀ ਇਹੋ ਜਿਹਾ ਹੋਣਾ ਆ ਜਿਹੜਾ ਯਿਸੂ ਦਾ। ਹਾਲੇਲੂਇਆ, ਪ੍ਰੇਜ਼ ਦ। ਜਿਹੜੇ ਉਸ ਟਾਈਮ ਲੋਕੀ, ਉਹਨਾਂ ਦੀ ਗੱਲ ਹੋ ਰਹੀ ਹੈ, ਉਹਨਾਂ ਦੀ ਗੱਲ। ਅੱਛਾ, ਫਿਰ ਜਿਹੜਾ ਨਾ ਇਸ ਤਰ੍ਹਾਂ ਹੋਏਗਾ 1000 ਸਾਲਾ ਬਾਦਸ਼ਾਹੀ ਦੇ ਵਿੱਚ, ਸੂਰਜ ਦੀ ਸੂਰਜ ਦੀ ਰੋਸ਼ਨੀ 7 ਗੁਣਾ ਤੇਜ਼ ਹੋ ਜਾਏਗੀ, ਤੇ ਚੰਦਰਮਾ ਯਾਨੀ ਚੰਦ ਜਿਹੜਾ ਹੈ ਉਹ ਇੰਝ ਹੋ ਜਾਏਗਾ ਜਿੰਝ ਹੁਣ ਸੂਰਜ ਹੈ। ਠੀਕ ਹੈ। ਇਜ਼ਾਇਆ 30 ਦੀ 26। ਜੇ ਸੂਰਜ ਇੰਨਾ ਤੇਜ਼ 7 ਗੁਣਾ ਹੋਵੇ ਤਾਂ ਇੱਥੇ ਗਰਮੀ ਬਹੁਤ ਹੋਏਗੀ ਫਿਰ। ਤੇ ਉਹ ਫਿਰ ਦੇਖੋ ਜੀ, ਉਹ ਬੱਦਲ ਵੀ ਤੇ ਉਹਨੇ ਰੱਖਣਾ ਨਾ, ਜਿੰਝ ਬਨੀ ਇਸਰਾਈਲ ਕੌਮ ਜਦੋਂ ਮੁਲਕੇ ਮਿਸਰ 'ਚੋਂ ਨਿਕਲੀ ਤੇ ਬੜੀ ਗਰਮੀ ਸੀ, ਤੇ ਦਿਨੇ ਬੱਦਲ ਉਹਨਾਂ ਦੇ ਉੱਤੇ ਹੁੰਦਾ ਸੀ, ਤੇ ਰਾਤੀ ਚੂੰਕਿ ਠੰਡ ਹੁੰਦੀ ਸੀ, ਠੰਡ ਮੀਨਸ ਕਿ ਚਲੋ ਲਾਈਟ ਚਾਹੀਦੀ ਸੀ, ਤੇ ਖੁਦਾ ਖੁਦ ਬੱਦਲ ਬਣ ਕੇ
ਉਹਨਾਂ ਉੱਤੇ ਹੁੰਦਾ ਸੀ ਤੇ ਰਾਤੀ ਅੱਗ ਦਾ ਸਤੂਨ ਬਣ ਕੇ ਉਹਨਾਂ ਦੇ ਅੱਗੇ ਅੱਗੇ ਚੱਲਦਾ ਸੀ। ਸੋ ਇਹ ਮਾਮਲਾਤ ਚੂੰਕਿ 1000 ਸਾਲਾ ਬਾਦਸ਼ਾਹੀ 'ਚ ਦੁੱਖ ਨਹੀਂ ਹੋਣਾ ਕਿਸੇ, ਇਹ ਸੂਰਜ ਚੰਦ ਸਿਤਾਰੇ ਜਿਹੜੇ ਨੇ ਇਹ ਹੁਣ ਇਹ ਵੀ ਓਵਰਆਲ ਖੁਦਾ ਦੇ ਕਬਜ਼ੇ 'ਚ ਨੇ, ਉਹਦੇ ਕੰਟਰੋਲ 'ਚ ਨੇ, ਪਿਤਾ ਪੁੱਤਰ ਪਵਿੱਤਰ ਆਤਮਾ। ਲੇਕਿਨ ਇਸ ਜਹਾਨ ਦਾ ਇੱਕ ਖੁਦਾ ਵੇ, ਕਿਹੜਾ ਵਾਲਾ? ਸ਼ੈਤਾਨ। ਹਾਂ, ਦੂਸਰਾ ਕਰੰਥੀਆਂ 4:4। ਇਸੇ ਲਈ ਜ਼ਬੂਰ 121 ਚ ਲਿਖਿਆ ਹੈ, ਦਿਨੇ ਸੂਰਜ ਨਾ ਤੈਨੂੰ ਸਤਾਵੇ ਤੇ ਰਾਤੀ ਚੰਦਰਮਾ ਜਾਂ ਚੰਨ ਵੀ ਤੈਨੂੰ ਦੁੱਖ ਨਾ ਪਹੁੰਚਾਏ। ਇਹ ਵੀ ਇਹ ਕੰਮ ਹੈਗਾ। ਸੋ ਇਸ ਲਈ ਹੁਣ ਵੀ ਜਿਹੜੇ ਜਿਨ੍ਹਾਂ ਕੋਲ ਇਟਰਨਿਟੀ ਹੈ, ਜਿਨ੍ਹਾਂ ਕੋਲ ਕੀ ਹੈ? ਸਦਾ ਦਾ ਜੀਵਨ, ਸਦਾ ਦਾ ਜੀਵਨ ਹੈ, ਅਨੰਤ ਕਾਲ ਦਾ ਹੈ। ਹੁਣ ਵੀ ਉਹ ਯਿਸੂ ਮਸੀਹ ਦੇ ਦਿੱਤੇ ਗਏ ਇਖਤਿਆਰ ਨਾਲ ਅੱਜ ਵੀ ਕਹਿ ਸਕਦੇ ਨੇ, ਔਰ ਕਹਿਣਾ ਚਾਹੀਦਾ ਹੈ, ਸੂਰਜ ਐ ਚੰਨ ਯਿਸੂ ਮਸੀਹ ਦੇ ਨਾਂ 'ਚ ਤੂੰ ਮੇਰੇ ਫੈਮਿਲੀ ਦੇ ਇੱਕ ਦਾ ਨਾਂ ਲਓ, ਸਾਨੂੰ ਦਿਨੇ ਦੁੱਖ ਨਹੀਂ ਪਹੁੰਚਾਉਣਾ, ਰਾਤੀ ਕੋਈ ਸਾਨੂੰ ਕੋਈ ਤਕਲੀਫ ਨਹੀਂ ਪਹੁੰਚਾਉਣੀ, ਯਿਸੂ ਮਸੀਹ ਦੇ ਨਾਂ 'ਚ ਉਹ ਸਾਡੇ ਹੱਕ 'ਚ ਹੋ ਜਾਣਾ। ਠੀਕ ਹੈ, ਸੋ ਉਦੋਂ ਤੇ ਆਟੋਮੈਟਿਕਲੀ ਹੋ ਜਾਣਾ। ਹਾਲੇਲੂਇਆ। ਠੀਕ ਹੈ ਭਾਜੀ। ਜਿਹੜੇ 7 ਟਾਈਮਸ ਹੋ ਜਾਣਾ ਚਾਹੁੰਦੇ ਜ਼ਿਆਦਾ ਜੀ। ਇਹ ਯਸਾਇਆ 30 ਦੀ 26 ਪੜ੍ਹ ਦਿਓ ਪਲੀਜ਼। 30 ਦੀ 26। ਇੰਨੀਆਂ ਚੀਜ਼ਾਂ ਨੇ, ਹੁਣ ਦਿਲ ਹੀ ਕਰਦਾ ਬੋਲਦੇ ਜਾਈਏ ਤੇ ਹਾਲਾ ਤੇ ਜੀ 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 ਜੀ। ਓਕੇ ਜੀ। ਯਸਾਇਆ ਅਜ਼ਾਇਆ ਚੈਪਟਰ 30 30 ਦੀ 26। 30 ਦੀ 26। ਹਾਂਜੀ ਲਓ ਜੀ। 30 ਦੀ 26 ਯਸਾਇਆ 30 ਦੀ 26 ਦੇ ਵਿੱਚ ਲਿਖਿਆ ਹੈ, ਉਸ ਦਿਨ, ਹਾਂ ਉਹ 1000 ਸਾਲਾਂ ਬਾਅਦ, ਉਸ ਦਿਨ ਚੰਦਰਮਾ ਸੂਰਜ ਦੇ ਵਾਂਗ ਚਮਕੇਗਾ ਅਤੇ ਸੂਰਜ ਆਮ ਚਮਕਣ ਨਾਲੋਂ 7 ਗੁਣਾ ਅਧਿਕ ਚਮਕੇਗਾ, ਅਰਥਾਤ 7 ਦਿਨ ਦੋ ਚਮਕਣ ਦੇ ਬਰਾਬਰ ਇੱਕ ਵਾਰ ਇਸ ਸਮੇਂ। ਹਾਲੇਲੂਇਆ। ਜਦੋਂ ਪ੍ਰਭੂ ਆਪਣੇ ਲੋਕਾਂ ਤੇ ਜ਼ੁਲਮਾਂ ਉੱਤੇ ਜਦੋਂ ਪ੍ਰਭੂ ਲੋਕਾਂ ਦੇ ਜ਼ਖਮਾਂ ਉੱਤੇ ਜੋ ਉਸਨੇ ਦਿੱਤੇ ਹਨ ਪੱਟੀਆਂ ਬੰਨ੍ਹੇ ਕੇ ਤੇ ਉਸ ਨੂੰ ਚੰਗਾ ਕਰੇਗਾ, ਪ੍ਰਭੂ ਪਰਮੇਸ਼ਰ ਅਸ਼ੂਰ ਨੂੰ ਸਜ਼ਾ ਦੇਵੇਗਾ। ਹਾਂਜੀ, ਇਹ 1000 ਸਾਲਾਂ ਬਾਦਸ਼ਾਹੀ ਦੀ ਗੱਲ ਹੋ ਰਹੀ ਹੈ। ਹਾਂਜੀ 1000 ਸਾਲਾਂ। ਓਕੇ ਹਾਂਜੀ ਠੀਕ ਹੈ। ਥੋੜਾ ਹੋਰ ਅੱਗੇ ਕਿਉਂਕਿ ਪੜ੍ਹ ਕੇ ਹਾਂਜੀ ਨਿਆਂ ਜਿਹੜਾ ਨਾ ਵੀ ਹੋਣਾ, ਸਜ਼ਾਵਾਂ ਵੀ ਹੋਣਗੀਆਂ ਜਿਹੜੇ ਉਦੋਂ ਕੋਈ ਇਹੋ ਜਿਹਾ ਕੰਮ ਕਰਨਗੇ। ਠੀਕ ਹੈ, ਇਸ ਲਈ ਇਹ ਵੀ ਵਰਡ ਪਿਛਲੇ ਪੁਆਇੰਟ ਨੂੰ ਸਪੋਰਟ ਕਰ ਰਹੀ ਹੈ। ਹਾਂਜੀ। ਅੱਛਾ ਜੀ, ਹੁਣ ਇਹ ਵੇ ਕਿ ਇੱਕ ਲਿਵਿੰਗ ਕੰਡੀਸ਼ਨ ਇਹ ਹੋਣੀ ਹੈ, ਕਿਉਂਕਿ ਅਸਾਂ ਦੁਨੀਆ ਨੇ ਵੀ ਰਹਿਣਾ, ਅਸਾਂ ਵੀ ਰਹਿਣਾ, ਜਾਨਵਰਾਂ ਦੀ ਨੇਚਰ ਜਿਹੜੀ ਉਹ ਚੇਂਜ ਹੋ ਜਾਏਗੀ। ਕੀ ਉਹਨੂੰ ਕਹ ਲਓ ਨੇਚਰ ਨੂੰ, ਸੁਭਾਅ ਦੇ ਵਿੱਚ ਤਬਦੀਲੀਆਂ ਆ ਜਾਣਗੀਆਂ। ਮਤਲਬ ਹੈ ਕਿ ਇਨਸਾਨ ਨੂੰ ਵੀ ਕਿਸੇ ਜਾਨਵਰ ਕੋਲੋਂ ਡਰ ਨਹੀਂ ਲੱਗੇਗਾ। ਸ਼ੇਰ ਆ ਗਿਆ, ਰਿੱਛ ਆ ਗਏ, ਹੈ ਜੀ, ਚੀਤੇ ਆ ਗਏ, ਉਂਝ ਹੀ ਹੋਏਗਾ ਜਿਸ ਤਰੀਕੇ। ਅੱਛਾ, ਇਹ ਹਵਾਲੇ ਪਹਿਲੇ ਲਿਖ ਲਓ, ਫਿਰ ਮੈਂ ਭੁੱਲ ਜਾਵਾਂ ਨਾ। ਯਸ ਅਜ਼ਾਇਆ ਚੈਪਟਰ 11 ਵਰਸ 6 to 8। ਸੋ ਅਜ਼ਾਇਆ 65 ਮਤਲਬ ਯਸਾਇਆ 11 ਦੀ 6 ਤੋਂ 8, 11 6 ਤੋਂ 8। ਹਾਂਜੀ। ਤੇ ਫਿਰ ਅਜ਼ਾਇਆ 65 17 to 26। ਦੀ 17 to 25। ਹਾਂ 17 ਤੋਂ 25। ਹਾਂਜੀ 65 ਦੀ 17 ਤੋਂ 25। 65 ਦੀ 17। ਹਾਂਜੀ ਹਾਂਜੀ। ਇਹ ਅਗਰ ਤੁਸੀਂ ਪੜ੍ਹਦੇ ਹੋ ਤੇ ਇਹਦੇ ਵਿੱਚ ਇਹ ਵੀ ਕਿ ਮਤਲਬ ਹੈ ਸਾਨੂੰ ਇਹ ਬਹੁਤ ਹੀ ਐਸਾ ਸਮਾਂ ਹੋ ਜਾਣਾ ਹੈ। ਲੇਕਿਨ ਥੋੜ੍ਹਾ ਜਿਹਾ ਅੱਗੇ ਇੱਕ ਹੋਰ ਗੱਲ ਹੈ, ਕੋਈ ਸੱਪ ਦੀ ਵੀ ਗੱਲ ਹੈ। ਬਾਕੀ ਤੇ ਸਾਰੇ ਹੀ ਇਹ ਜਦੋਂ ਪੜ੍ਹੋਗੇ ਸ਼ੇਰ ਤੇ ਬੱਕਰੀ ਇਹ ਕਰਨਗੇ, ਤੇ ਸੱਪ ਨੂੰ ਚੂੰਕਿ ਸ਼ਰਾਪੀ ਹੈ। ਪਹਿਲੇ ਇਹ ਪੜ੍ਹ ਦਿਓ ਪਲੀਜ਼। ਹਾਂਜੀ, ਇਹਦੇ ਵਿੱਚ ਲਿਖਿਆ ਸੀ ਯਸਾਇਆ 65 ਦੀ 17। ਹਾਂਜੀ 65 ਦੀ 17। ਇਹਦੇ ਵਿੱਚ ਲਿਖਿਆ, ਪ੍ਰਭੂ ਕਹਿੰਦਾ ਹੈ, ਮੈਂ ਨਵੀਂ ਧਰਤੀ ਤੇ ਨਵਾਂ ਆਕਾਸ਼ ਬਣਾ ਰਿਹਾ ਹਾਂ। ਇਹ ਤਾਂ ਨਵੀਂ ਧਰਤੀ ਨਵੇਂ ਆਕਾਸ਼ ਵਿੱਚ ਹੋਏਗਾ ਜੀ ਜੀ ਅੱਗੇ। ਹਾਂਜੀ, ਪੁਰਾਣੇ ਸਮੇਂ ਦੀਆਂ ਸਭ ਘਟਨਾਵਾਂ ਭੁਲਾ ਦਿੱਤੀਆਂ ਜਾਣਗੀਆਂ। ਤੁਸੀਂ ਜੋ ਮੈਂ ਰਚ ਰਿਹਾ ਹਾਂ ਉਸ ਨਾਲ ਹਮੇਸ਼ਾ ਖੁਸ਼ ਅਤੇ ਆਨੰਦਿਤ ਹੋਵੋ। ਨਵਾਂ ਯਰੂਸ਼ਲਮ
ਮੈਂ ਜੋ ਬਣਾ ਰਿਹਾ ਹਾਂ ਉਹ ਆਨੰਦ ਨਾਲ ਭਰਿਆ ਹੋਵੇਗਾ ਅਤੇ ਉਸ ਦੇ ਵਾਸੀ ਖੁਸ਼ ਹੋਣਗੇ। ਹਾਂਜੀ, ਮੈਂ ਆਪ ਵੀ ਯਰੂਸ਼ਲਮ ਦੇ ਕਾਰਨ ਆਨੰਦਿਤ ਹੋਵਾਂਗਾ। ਉਹਨਾਂ ਦੇ ਰੋਣਾ ਉੱਥੇ ਨਾ ਰੋਣਾ ਹੋਵੇਗਾ ਤੇ ਨਾ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ। ਅੱਗੇ ਤੋਂ ਬੱਚੇ ਆਪਣੇ ਬਚਪਨ ਵਿੱਚ ਮਰਨਗੇ ਨਹੀਂ ਅਤੇ ਹਰ ਕੋਈ ਆਪਣੀ ਪੂਰੀ ਉਮਰ ਭੋਗ ਕੇ ਮਰੇਗਾ। ਜੋ ਮਨੁੱਖ 100 ਸਾਲ ਦਾ ਹੋ ਕੇ ਮਰੇਗਾ ਉਹ ਛੋਟੀ ਉਮਰ ਦਾ ਹੀ ਸਮਝਿਆ ਜਾਵੇਗਾ। ਉਸ ਤੋਂ ਪਹਿਲਾਂ ਮਰਨ ਦਾ ਅਰਥ ਹੈ ਕਿ ਮੈਂ ਉਸ ਨੂੰ ਸਜ਼ਾ ਦਿੱਤੀ ਹੈ। ਹਾਂਜੀ, ਇਹ ਅੱਛਾ, ਹਾਂਜੀ ਹਾਂਜੀ ਇਹ ਦੂਸਰਾ ਵੀ ਪੜ੍ਹ ਦਿਓ ਜ਼ਰਾ, ਫਿਰ ਇਹ ਗੱਲ ਕਰ ਲੈਂਦੇ ਹਾਂ। ਕਿਉਂਕਿ ਇਹ ਜਿਹੜੀ 1000 ਸਾਲਾ ਬਾਦਸ਼ਾਹੀ ਹੈ, ਇਹ ਖੁਦਾ ਦੀ ਜਿਹੜੀ ਕਿੰਗਡਮ ਆਫ ਗੋਡ ਜਿਹੜੀ ਕਿ ਸ਼ੁਰੂ ਤੋਂ ਸੀਗੀ, ਅਲੱਗ ਹੋ ਗਈ ਸੀ, ਉਹਦਾ ਇਮੇਜ। ਯਾਨੀ ਇੱਥੇ ਜੋ ਕੁਝ ਵੀ ਇਹ ਹੋਏਗਾ, ਇਹ ਆਇੰਦਾ ਦੇ ਲਈ ਵੀ ਇੱਕ ਰਾਹ ਤਿਆਰੀ ਕਰ ਰਿਹਾ ਹੈ। ਇਹਦੇ ਪੜ੍ਹ ਦਿਓ 11 ਦੀ ਸ਼ੁਰੂ 'ਚ 17 'ਚ ਪੜ੍ਹਿਆ ਉਹ ਨਵਾਂ ਧਰਤੀ ਨਵੀਂ ਆਕਾਸ਼, ਉਹ ਫਿਰ ਇਹ ਤਾਂ ਨਵਾਂ ਯਰੂਸ਼ਲਮ ਜੀ, ਉਹ ਤਾਂ ਉੱਥੇ ਦੀ ਗੱਲ ਹੋ ਗਿਆ ਤਾਂ ਇਹ ਜੀ। ਲੇਕਿਨ ਇਹਨੂੰ ਅਗਰ ਤੁਸੀਂ ਅੱਗੇ ਦੇਖੋ ਨਾ ਓਕੇ ਕਿ 11 ਦੀ 6 ਤੋਂ 8, ਫਿਰ ਹਾਂਜੀ ਓਕੇ ਉੱਥੇ ਜੀ। ਦੇਖ ਲਓ। ਹਾਂਜੀ, ਯਸਾਇਆ 11 ਦੀ 6 ਤੋਂ 8 ਦੇ ਵਿੱਚ ਲਿਖਿਆ ਹੈ, ਉਸ ਸਮੇਂ ਬਘਿਆੜ ਅਤੇ ਭੇਡ ਦੋਵੇਂ ਇਕੱਠੇ ਰਹਿਣਗੇ। ਚੀਤਾ ਤੇ ਬੱਕਰੀ ਦੇ ਬੱਚੇ ਕੋਲ ਸੌਣਗੇ। ਨੇਚਰ ਚੇਂਜ ਹੋ ਰਹੀ ਨਾ। ਹਾਂ, ਜਵਾਨ ਸ਼ੇਰ ਅਤੇ ਘਰੇਲੂ ਪਸ਼ੂ ਇਕੱਠੇ ਚਾਰਾ ਖਾਣਗੇ। ਹਾਂਜੀ, ਸ਼ੇਰ ਚਾਰਾ ਖਾਊਗਾ ਅਤੇ ਉਹਨਾਂ ਦੀ ਦੇਖਭਾਲ ਇੱਕ ਛੋਟਾ ਮੁੰਡਾ ਕਰੇਗਾ। ਗਾਂ ਤੇ ਰਿਛਣੀ ਇਕੱਠੀਆਂ ਚਰਨਗੇ ਅਤੇ ਉਹਨਾਂ ਦੇ ਬੱਚੇ ਮਿਲ ਕੇ ਖੇਲਣਗੇ ਅਤੇ ਸ਼ੇਰ ਘਾਹ ਅਤੇ ਬੱਬਰ ਸ਼ੇਰ ਵੀ ਘਾਹ ਖਾਵੇਗਾ। ਅੱਛਾ, ਤੇ ਫਿਰ ਹੈਗਾ, ਦੁੱਧ ਚੁੰਘਦੇ ਬੱਚਾ ਸੱਪ ਦੇ ਖੁੱਡ ਕੋਲ ਖੇਲੇਗਾ ਅਤੇ ਨਾਗ ਦੀ ਖੁੱਡ ਵੀ ਹੱਥ ਪਾਵੇਗਾ। ਹਾਂਜੀ, ਨਾਗ ਦੀ ਖੁੱਡ ਵਿੱਚ ਹੱਥ ਪਾਵੇਗਾ ਜੋ ਉਸ ਦਾ ਕੋਈ ਨੁਕਸਾਨ ਨਹੀਂ ਕਰੇਗਾ। ਹਾਂਜੀ, ਉਸ ਸਮੇਂ ਪਰਮੇਸ਼ਰ ਅਤੇ ਪਵਿੱਤਰ ਪਹਾੜ ਸਿਯੋਨ ਉੱਤੇ ਕੁਝ ਵੀ ਹਾਨੀਕਾਰਕ ਜਾਂ ਦੁਸ਼ਟਤਾ ਨਾ ਹੋਵੇਗੀ। ਧਰਤੀ ਉਸ ਸਮੇਂ ਪ੍ਰਭੂ ਦੇ ਗਿਆਨ ਨਾਲ ਉਸੇ ਤਰ੍ਹਾਂ ਭਰੀ ਹੋਵੇਗੀ ਜਿਸ ਤਰ੍ਹਾਂ ਸਾਗਰ ਪਾਣੀ ਨਾਲ ਭਰਿਆ ਹੋਇਆ ਹੈ। ਠੀਕ ਹੈ। ਹਾਂਜੀ, ਸੋ ਐਕਚੁਅਲੀ ਇਹ ਵਰਸ ਤੇ ਬਿਲਕੁਲ ਇਹਦੇ ਵਿੱਚ ਹੀ ਆ ਰਹੀ ਹੈ। ਅਗਲੀ ਵਰਸ ਇਹ ਵੇ ਕਿ ਇਹ ਇਮੇਜ ਹੈ ਨਏ ਯਰੂਸ਼ਲਮ ਵਗੈਰਾ ਦਾ। ਅੱਛਾ, ਇਹਦੇ ਵਿੱਚ ਇਹ ਸਾਰਾ ਕੁਝ ਇੰਝ ਹੀ ਹੋ ਜਾਏਗਾ ਜਿਸ ਤਰ੍ਹਾਂ ਬਾਗੇ ਅਦਨ ਨਹੀਂ ਸੀ, ਜਿਸ ਤਰ੍ਹਾਂ ਨੂਹ ਦੀ ਕਸ਼ਤੀ ਸੀ। ਕੋਈ ਖੱਪ ਨਹੀਂ ਸੀ, ਕਿਉਂਕਿ ਖੁਦਾ ਦਾ ਜਲਾਲ ਉੱਥੇ ਮੌਜੂਦ ਸੀਗਾ। ਕਿਉਂਕਿ ਅਗਰ ਉਹ ਉਤਪਤੀ 'ਚ ਪੜ੍ਹੀਏ ਤੇ ਖੁਦਾ ਦੀ ਆਈ ਕਿ ਅੰਦਰ ਆ ਜਾ, ਨੂੰ ਅੰਦਰ ਆ ਜਾ, ਇਹਦਾ ਮਤਲਬ ਹੈ ਰੱਬ ਅੰਦਰ ਸੀ। ਉਹਦੇ ਬਾਅਦ ਜਦੋਂ ਹਜ਼ੂਰੀ ਅੰਦਰ ਸੀ, ਉਹਦੇ ਬਾਅਦ ਜਦੋਂ ਸਾਰੇ ਆ ਗਏ ਔਰ ਫਿਰ ਲਿਖਿਆ ਖੁਦਾ ਨੇ ਬਾਹਰੋਂ ਉਹ ਖਿੜਕੀ ਬੰਦ ਕਰ ਦਿੱਤੀ। ਸੋ ਕਹਿਣ ਦਾ ਮਤਲਬ ਇਹ ਵੇ ਕਿ ਜਿਹੜਾ ਸੱਪ ਹੈਗਾ ਉਹ ਨੁਕਸਾਨ ਤੇ ਨਹੀਂ ਦੇਗਾ, ਲੇਕਿਨ ਉਹ ਇੱਥੇ ਸ਼ੇਰ ਘਾਹ ਖਾ ਰਿਹਾ, ਲੇਕਿਨ ਸਰਾਪੀ ਗਿਣਿਆ ਗਿਆ, ਲਾਂਤੀ ਗਿਣਿਆ ਗਿਆ। ਸੋ ਉਹ ਮਿੱਟੀ ਚੱਟੇਗਾ, ਇਹ ਉਹਦੀ ਸਜ਼ਾ ਹੈ। ਦੇਖ ਲਓ ਉਤਪਤੀ ਜੈਨਸਿਸ 3 ਦੀ 14, ਅਜ਼ਾਇਆ 65 ਦੀ 25, ਹਾਂਜੀ 65 ਦੀ 25, 65 ਦੀ 25 ਤੇ 3 ਦੀ 14। ਸੋ ਯਸਾਇਆ ਦਾ ਪੜ੍ਹ ਦਿਓ। ਹਾਂ ਜੀ, ਹਾਲੇਲੂਇਆ ਹਾਲੇਲੂਇਆ। ਓਕੇ ਜੀ, ਆਪਾਂ ਪੜ੍ਹਦੇ ਹਾਂ ਜੀ ਯਸਾਇਆ 65 ਦੀ 25। ਹਾਂਜੀ, ਉਸ ਦੇ ਵਿੱਚ ਲਿਖਿਆ ਹੈ, ਬਘਿਆੜ ਤੇ ਲੇਲੇ ਇਕੱਠੇ ਚਰਨਗੇ, ਸ਼ੇਰ ਬਲਦ ਦੇ ਵਾਂਗ ਘਾਹ ਖਾਵੇਗਾ ਤੇ ਸੱਪ ਅੱਗੇ ਤੋਂ ਖਤਰਨਾਕ ਨਹੀਂ ਹੋਵੇਗਾ। ਮੇਰੇ ਪਵਿੱਤਰ ਪਹਾੜ ਸਿਯੋਨ ਉੱਤੇ ਨਾ ਕੋਈ ਹਾਨੀਕਾਰਕ ਚੀਜ਼ ਹੋਵੇਗੀ, ਨਾ ਹੀ ਬੁਰੀ। 25 ਆਏ ਜੀ, 65 ਦੀ 25 ਜੀ। ਸੋ ਸੱਪ ਜਿਹੜਾ ਉਹ ਸਰਾਪੀ, ਕਿਉਂਕਿ ਸ਼ੈਤਾਨ ਨੂੰ ਵੀ ਇਹਦੇ ਨਾਲ ਰਿਲੇਟ ਕੀਤਾ ਗਿਆ, ਇਹ ਪਰਮਨੈਂਟ ਵੇ ਵਿੱਚ ਆ ਗਿਆ। ਐਨੀਵੇ, ਸੋ ਨਵੀਂ ਇਹ ਵੇ ਕਿ ਜ਼ਮੀਨ ਜਿਹੜੀ ਹੈ ਉਹ ਸਾਰੀ ਤੇ ਨਹੀਂ ਬਹਾਲ ਕੀਤੀ ਜਾਏਗੀ, ਰਿਸਟੋਰ ਕੀਤੀ ਜਾਏਗੀ, ਲੇਕਿਨ ਮੈਕਸਿਮਮ ਹੋਏਗੀ, ਕਿਉਂਕਿ ਬਾਬਲ
ਤੇ ਉਹ ਜਗ੍ਹਾਵਾਂ ਜਿਨ੍ਹਾਂ ਨੇ ਖੁਦਾ ਦੇ ਖਿਲਾਫ ਬੜਾ ਗੁਨਾਹ ਕੀਤਾ ਹੈ, ਉਹ ਜਿਹੜੇ ਨੇ ਉਹ ਨਹੀਂ, ਉਹ ਕਦੀ ਆਬਾਦ ਨਹੀਂ ਹੋਣਗੇ, ਯਾਨੀ ਸਾਰੀ ਧਰਤੀ ਨਹੀਂ ਹੋਏਗੀ। ਹਵਾਲੇ ਲਿਖ ਲਓ ਇਹਦੇ, ਯਸਾਇਆ 13 ਦੀ, ਅਜ਼ਾਇਆ ਚੈਪਟਰ 13 ਵਰਸ 17 to 22 ਤੇ ਅਜ਼ਾਇਆ 34 ਚੈਪਟਰ, ਤੇ ਫਿਰ ਜਰਮਾਇਆ 50 ਪੂਰਾ ਚੈਪਟਰ ਤੇ ਜਰਮਾਇਆ 51 ਚੈਪਟਰ। ਯਾਨੀ ਇਹ 1000 ਸਾਲਾ ਬਾਦਸ਼ਾਹੀ ਤੋਂ ਬਾਅਦ ਨਵੇਂ ਯਰੂਸ਼ਲਮ ਵਿੱਚ ਇਹ ਪੂਰਾ ਜਿਹੜਾ ਹੈ ਨਾ ਇਹ ਸਾਰਾ ਸਿਸਟਮ ਇਹ ਨਿਕਲ ਜਾਏਗਾ, ਚਲੀ ਜਾਏਗੀ, ਤੇ ਫਿਰ ਉਦੋਂ ਸਾਰਾ ਸਿਸਟਮ ਠੀਕ ਹੋਏਗਾ, ਕਿਉਂਕਿ ਇਹ ਇਲਾਕੇ ਜਿਹੜੇ ਨੇ ਇੱਥੇ ਇਹ ਉਜਾੜੀ ਰਹਿਣਗੇ। ਠੀਕ ਹੈ, ਇਹ ਸਭ ਨਹੀਂ ਬਹਾਲ ਹੋਏਗਾ। ਠੀਕ ਹੈ, ਸੋ 10ਵਾਂ ਪੁਆਇੰਟ ਲਿਖ ਲਓ ਫਿਰ ਕਿ ਮੁਹੱਬਤ, ਪ੍ਰੇਮ, ਪਿਆਰ ਤੇ ਧਾਰਮਿਕਤਾ ਕਾਇਮ ਰਹਿਣਗੀਆਂ। ਹਵਾਲੇ ਲਿਖ ਲਓ, ਯਾਨੀ ਇਹਦੇ ਵਿੱਚ ਇਹ ਹੋਏਗਾ ਯਹੂਦੀ ਕੌਮ ਤੇ ਜਿਹੜੀਆਂ ਬਾਕੀ ਕੌਮਾਂ ਹੋਣਗੀਆਂ ਉਹ ਆਪਸ ਵਿੱਚ ਪਿਆਰ ਕਰਨਗੀਆਂ, ਤੇ ਯਹੂਦੀ ਕੌਮ ਜਿਹੜੀ ਹੈ ਉਹ ਸਾਰਿਆਂ ਉੱਤੇ, ਜਿਹੜਾ ਖੁਦਾ ਨੇ ਇਬਰਾਹਿਮ ਨੂੰ ਕਿਹਾ ਸੀ, ਉਹ ਸਾਰਿਆਂ ਉੱਤੇ ਰਾਜ ਕਰਨਗੇ। ਡਿਟੋਰਨਮੀ ਸਟੇਸ਼ਨਾ ਜਾਂ ਬਵਸਤਾ ਸਾਰ 28 ਦੀ 1 ਤੋਂ 14। ਠੀਕ ਹੈ, ਤੇ ਪ੍ਰੇਮ ਤੇ ਧਾਰਮਿਕਤਾ ਕਾਇਮ ਰਹਿਣਗੇ, ਉਹਦੇ ਹਵਾਲੇ ਜਲਦੀ ਨਾਲ ਲਿਖ ਲਓ ਸਰ। ਯਸਾਇਆ 9 ਦੀ 6 ਤੇ 7, ਅਜ਼ਾਇਆ ਚੈਪਟਰ 9 ਵਰਸ 6 ਤੇ 7, ਅਜ਼ਾਇਆ 11 ਦੀ 5, ਯਸਾਇਆ 11 ਦੀ 5, ਅਜ਼ਾਇਆ 32 ਦੀ 1 to 5 ਤੇ ਅਜ਼ਾਇਆ 65 ਦੀ 17 ਤੋਂ 25। ਠੀਕ ਹੈ ਜੀ, ਇਸ ਦੌੜ ਦੇ ਵਿੱਚ ਇੰਝ ਹੀ ਹੋਏਗਾ ਜਿਸ ਤਰ੍ਹਾਂ ਸਵਰਗ ਧਰਤੀ ਤੇ ਉਤਰ ਆਇਆ। ਠੀਕ ਹੈ, ਸੋ ਇਹ ਇੱਕ ਲਿਵਿੰਗ ਕੰਡੀਸ਼ਨ ਦਾ ਸੀ। ਟਾਈਮ ਪੂਰਾ ਹੋ ਗਿਆ। ਠੀਕ ਹੈ ਜੀ, ਆਪਾਂ ਇੱਥੇ ਹੁਣ ਫਿਨਿਸ਼ ਕਰਦੇ ਹਾਂ ਜੀ, ਅਗਲੀ ਸਟੱਡੀ ਤੇ ਹਾਲੇਲੂਇਆ। ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ ਜੋ ਵੀ ਆਪ ਦੇ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਉਹ ਸਾਡੇ ਅੰਦਰ ਵਸ ਜਾਏ ਔਰ ਉਹ ਬਹੁਤ ਸਾਰਾ ਫਲ ਲੈ ਕੇ ਆਏ, ਔਰ ਜੋ ਵੀ ਇਸ ਨੂੰ ਸੁਣੇ ਇਹ ਬਰਕਤ ਪਾਏ, ਔਰ ਇਹ ਸਾਰਾ ਵਚਨ ਯਿਸੂ ਮਸੀਹ ਦੇ ਪਵਿੱਤਰ ਲਹੂ ਨਾਲ ਢੱਕਦੇ ਹਾਂ, ਸੀਲ ਕਰਦੇ ਹਾਂ, ਤਾਂ ਕਿ ਇਹ ਦੁਸ਼ਮਣ ਚੁਰਾ ਨਾ ਸਕੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।